Hello everyone, welcome to Victor's Knowledge. This is Chinu Sharma and today we are going to take up another important lecture, Common Ailments. So we are starting with the introduction part. So what is an ailment? Ailment ਦਾ ਦੂਜਾ ਨਾਮ ਹੈ disease. So ਆਮ ਤੌਰ ਤੇ ਆਪਾਂ ailment word use ਕਰਦੇ। Ailment basically ਇੱਕ non serious ਜਿਹੜੀ ਕਿ ਥੋੜੀ ਠੀਕ ਹੋ ਸਕੇ ਜਲਦੀ ਉਸ type ਦੀ disease ਦੇ ਲਈ ਆਪਾਂ word use ਕਰਦੇ ਹਾਂ। ਜਨਰਲੀ ਜੇ ਆਪਾਂ ਇੱਕ ਵਾਈਡਰ ਕੋਨੋਟੇਸ਼ਨ ਦੇ ਵਿੱਚ ਦੇਖੀਏ ਤਾਂ ਆਪਾਂ ਜਿਹੜਾ ਵਰਡ ਯੂਜ਼ ਕਰਦੇ ਆ ਉਹ ਹੈ ਡਿਸੀਜ਼। ਸੋ ਇਸ ਚੈਪਟਰ ਦੇ ਅੰਦਰ ਆਪਾਂ ਕਾਮਨ ਏਲਮੈਂਟਸ ਦੇ ਅੰਦਰ ਜਿੰਨੀਆਂ ਵੀ ਮੇਜਰ ਡਿਸੀਜ਼ਸ ਨੇ ਚਾਹੇ ਉਹ ਸੀਰੀਅਸ ਨੇ ਨਾਨ ਸੀਰੀਅਸ ਨੇ ਆਪਾਂ ਉਹਨਾਂ ਨੂੰ ਪ੍ਰੋਪਰ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਸਟਾਰਟਿੰਗ ਵਿਦ ਵਾਟ ਇਜ਼ ਅ ਡਿਸੀਜ਼। ਡਿਸੀਜ਼ ਹੁੰਦੀ ਕੀ ਹੈ? ਬਿਮਾਰੀ। A disease is a condition that deteriorate the normal functioning of cell, tissue, organ. ਇੱਕ ਹਿਊਮਨ ਬੋਡੀ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਜੋ ਵੀ ਸੈੱਲ ਨੇ ਟਿਸ਼ੂ ਨੇ ਜਾਂ ਕੋਈ ਆਰਗਨ ਆ ਕੋਈ ਆਪਣੀ ਬੋਡੀ ਦਾ ਇੰਟਰਨਲ ਆਰਗਨ ਹੈ ਕੋਈ ਐਕਸਟਰਨਲ ਆਰਗਨ ਹੈ ਕਿਸੇ ਤੇ ਵੀ ਕਿਸੇ ਤਰ੍ਹਾਂ ਦੀ ਡਿਟੀਰੀਓਰੇਸ਼ਨ ਮਤਲਬ ਖਰਾਬੀ ਆਵੇ ਉਹਦੀ ਜਿਹੜੀ ਨਾਰਮਲ ਫੰਕਸ਼ਨਿੰਗ ਹੈ ਉਹਦੇ ਵਿੱਚ ਜਦੋਂ ਕੋਈ ਰੁਕਾਵਟ ਪੈਦਾ ਹੋਵੇ ਉਸ ਕੰਡੀਸ਼ਨ ਨੂੰ ਆਪਾਂ ਕਹਿੰਦੇ ਆ ਡਿਸੀਜ਼। ਸੋ ਡਿਸੀਜ਼ ਤੇ ਏਲਮੈਂਟ ਦੇ ਵਿੱਚ ਸਿਰਫ ਇਹੀ ਡਿਫਰੈਂਸ ਹੈ that ailment is not that serious whereas disease is a serious situation. So ਜਦੋਂ ਵੀ ਕਿਤੇ ਬਿਮਾਰੀ ਹੁੰਦੀ ਹੈ ਜਾਂ ਤਾਂ ਇੱਕ ਕਿਸੇ ਬੋਡੀ ਦੇ ਸਿਸਟਮ ਦੀ ਜਾਂ ਇੱਕ ਤੋਂ ਜ਼ਿਆਦਾ ਸਿਸਟਮ ਦੀ ਜਿਹੜੀ ਨਾਰਮਲ ਫੰਕਸ਼ਨਿੰਗ ਹੈ ਉਹ ਖਰਾਬ ਹੋ ਜਾਂਦੀ ਹੈ। ਸੋ ਜਿਹੜੀ ਵੀ ਫੰਕਸ਼ਨਿੰਗ ਖਰਾਬ ਹੁੰਦੀ ਹੈ ਉਹਦੇ ਆਪਾਂ ਨੂੰ ਕੁਝ ਸਿੰਪਟਮਸ ਕੁਝ ਲੱਛਣ ਦਿਖਣ ਲੱਗਦੇ ਨੇ ਬੋਡੀ ਦੇ ਵਿੱਚ ਕੁਝ ਸਾਈਨ ਦਿਖਦੇ ਨੇ। ਸੋ ਉਹ ਜਿਹੜੇ ਸਾਈਨ ਨੇ ਉਹ ਆਪਾਂ ਨੂੰ ਇਹ ਕਹਿੰਦੇ ਨੇ ਸਿੰਪਟਮਸ ਵੀ ਤੁਹਾਡੀ ਬਿਮਾਰੀ ਦੇ ਵਿੱਚ ਕੁਝ ਰੋਂਗ ਹੈ ਕੁਝ ਖਰਾਬੀ ਹੈ। ਜਿਵੇਂ ਆਪਾਂ ਨੂੰ ਸਿਰ ਦੁਖਦਾ ਹੈ ਹੈਡੇਕ ਹੁੰਦਾ ਹੈ ਆਪਾਂ ਨੂੰ ਜ਼ੁਕਾਮ ਹੁੰਦਾ ਹੈ ਖੰਘ ਹੁੰਦੀ ਹੈ we have loose motion wound with pus these all are symptoms। ਸੋ ਇਹ ਛੋਟੇ ਛੋਟੇ ਸਿੰਪਟਮਸ ਨੇ ਜਿਹੜੇ ਆਪਾਂ ਨੂੰ ਇਹ ਦੱਸਦੇ ਨੇ ਕਿ ਆਪਣੀ ਬੋਡੀ ਦੇ ਅੰਦਰ ਕੋਈ ਨਾ ਕੋਈ ਪ੍ਰੋਬਲਮ ਹੈ ਕੋਈ ਡਿਸੀਜ਼ ਹੈ। these indicate that there may be a disease but they don't indicate what the disease is। ਜਿਵੇਂ ਆਪਾਂ ਨਾ ਸਿਰ ਦੁਖ ਰਿਹਾ ਤਾਂ ਆਪਾਂ ਨੂੰ ਇਹ ਨਹੀਂ ਪਤਾ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਆਪਣੀ ਬੋਡੀ ਠੀਕ ਨਹੀਂ ਹੈ ਪਰ ਪਾਰਟਿਕੂਲਰਲੀ ਕੀ ਬਿਮਾਰੀ ਹੈ ਉਹ ਆਪਾਂ ਨੂੰ ਪਤਾ ਲਗਾਉਣ ਦੇ ਲਈ ਕਿ ਡਿਸੀਜ਼ ਹੈ ਕੀ ਆਪਾਂ ਨੂੰ ਉਹਦੇ ਲਈ ਆਪਾਂ ਟੈਸਟ ਕਰਵਾਉਂਦੇ ਆ ਡਾਕਟਰ ਕੋਲ ਜਾਂਦੇ ਆ। ਸੋ ਇਸ ਤਰ੍ਹਾਂ ਦੇ ਨਾਲ ਇਹ ਪਤਾ ਲੱਗਦਾ ਕਿ ਆਪਾਂ ਨੂੰ ਵਾਇਰਲ ਡਿਸੀਜ਼ ਹੋਈ ਹੈ ਕਿਸੇ ਬੈਕਟੀਰੀਆ ਤੋਂ ਹੋਇਆ ਹੈ। ਸੋ ਉਸ ਤਰੀਕੇ ਦੇ ਨਾਲ ਬਾਅਦ ਵਿੱਚੋਂ ਉਹਦਾ ਇਲਾਜ ਹੁੰਦਾ ਹੈ। ਸੋ ਹੁਣ ਆਪਾਂ ਦੇਖ ਲੈਂਦੇ ਆ ਇੱਕ ਜਨਰਲ ਕਲਾਸੀਫਿਕੇਸ਼ਨ ਕੈਟੇਗਰਾਈਜ਼ੇਸ਼ਨ ਡਿਸੀਜ਼ਸ ਦੀ। ਸੋ ਸਭ ਤੋਂ ਪਹਿਲਾਂ ਇੱਕ ਟਰਮ ਯੂਜ਼ ਹੁੰਦੀ ਹੈ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਤੁਹਾਨੂੰ ਤੇ ਡਾਇਰੈਕਟਲੀ ਪੁੱਛਿਆ ਜਾ ਸਕਦਾ ਹੈ ਐਨਾਟੋਮਿਕ ਕਲਾਸੀਫਿਕੇਸ਼ਨ ਦੇ ਅੰਦਰ ਕਿਸ ਤਰ੍ਹਾਂ ਦੀ ਡਿਸੀਜ਼ਸ ਆਉਂਦੀਆਂ ਨੇ ਜਾਂ ਫਿਜ਼ੀਓਲੋਜੀਕਲ ਪੈਥੋਲੋਜੀਕਲ। ਸੋ ਆਪਣੇ ਲਈ ਕਲਾਸੀਫਿਕੇਸ਼ਨ ਦੇ ਜਿਹੜੇ ਟਰਮਸ ਨੇ ਨਾਮ ਨੇ ਇਹ ਬਹੁਤ ਇੰਪੋਰਟੈਂਟ ਹੈ। ਪਹਿਲਾ ਹੈ ਐਨਾਟੋਮਿਕ ਕਲਾਸੀਫਿਕੇਸ਼ਨ। ਜਦੋਂ ਕਿਸੇ ਆਰਗਨ ਜਾਂ ਟਿਸ਼ੂ ਦੇ ਉੱਤੇ ਇਫੈਕਟ ਪਵੇ ਤਾਂ ਉਹਨੂੰ ਆਪਾਂ ਕਹਿੰਦੇ ਆ ਐਨਾਟੋਮਿਕ ਡਿਸੀਜ਼। ਇਹਦੀ ਐਗਜ਼ਾਮਪਲ ਹੈ ਹਾਰਟ ਡਿਸੀਜ਼ ਕੋਈ ਦਿਲ ਦੀ ਬਿਮਾਰੀ। ਟੋਪੋਗ੍ਰਾਫਿਕਲ ਕਲਾਸੀਫਿਕੇਸ਼ਨ ਫਰਦਰ ਇਹ ਹੋਰ ਕੈਟੇਗਰਾਈਜ਼ ਕੀਤਾ ਗਿਆ ਜਿਵੇਂ ਕਿ ਵੈਸਕੂਲਰ ਡਿਸੀਜ਼ ਹੋ ਗਈ ਕੋਈ ਛਾਤੀ ਦੀ ਬਿਮਾਰੀ ਹੋ ਗਈ ਗੈਸਟ੍ਰੋਇੰਟੈਸਟੀਨਲ ਦੈਨ ਐਬਡੋਮੀਨਲ ਕੋਈ ਪੇਟ ਦੀ ਬਿਮਾਰੀ। ਸੋ ਇਹਨਾਂ ਦੇ ਲਈ ਸਪੈਸ਼ਲ ਕੁਝ ਮੈਡੀਸਿਨਸ ਦੀ ਲੋੜ ਹੁੰਦੀ ਹੈ ਜਿੱਥੇ ਆਪਾਂ ਟੋਪੋਗ੍ਰਾਫਿਕਲ ਕਲਾਸੀਫਿਕੇਸ਼ਨ ਫੋਲੋ ਕਰਦੇ ਹਾਂ। ਜਿਵੇਂ ਈਐਨਟੀ ਸਪੈਸ਼ਲਿਸਟ ਹੈ ਉਹ ਈਅਰ ਨੋਜ਼ ਥਰੋਟ ਨੂੰ ਦੇਖਦਾ ਹੈ ਕੋਈ ਗੈਸਟ੍ਰੋਐਂਟਰੋਲੋਜੀ ਸਪੈਸ਼ਲਿਸਟ ਹੈ ਉਹ ਆਪਣੇ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਦੇਖਦਾ ਹੈ। ਸੋ ਟੋਪੋਗ੍ਰਾਫਿਕਲ ਕਲਾਸੀਫਿਕੇਸ਼ਨ ਮਤਲਬ ਜਦੋਂ ਆਪਾਂ ਕਿਸੇ ਸਪੈਸ਼ਲਿਸਟ ਕੋਈ ਪ੍ਰੋਪਰ ਪਾਰਟਿਕੂਲਰ ਚੀਜ਼ ਦੀ ਆਪਾਂ ਬਿਮਾਰੀ ਦੇਖੀਏ। ਦੈਨ ਫਿਜ਼ੀਓਲੋਜੀਕਲ ਕਲਾਸੀਫਿਕੇਸ਼ਨ ਇਹਦਾ ਮਤਲਬ ਹੈ ਕਿ ਜਦੋਂ ਬੋਡੀ ਦੇ ਜਿਹੜਾ ਨਾਰਮਲ ਕੋਈ ਡਾਈਜੈਸ਼ਨ ਹੈ ਸਾਹ ਲੈਣ ਦੀ ਕੋਈ ਪਾਚਨ ਸ਼ਕਤੀ ਹੈ ਉਹਨਾਂ ਚੀਜ਼ਾਂ ਦੇ ਵਿੱਚ ਕੋਈ ਖਰਾਬੀ ਆਵੇ ਪ੍ਰੋਸੈਸ ਔਰ ਫੰਕਸ਼ਨ ਤਾਂ ਉਹਨੂੰ ਆਪਾਂ ਕਹਿੰਦੇ ਆ ਫਿਜ਼ੀਓਲੋਜੀਕਲ ਜਿਵੇਂ ਡਾਇਬੀਟੀਜ਼। Then pathological, these type consider the nature of the disease. Cancer is associated with uncontrolled cell growth and there are variation or type in the disease. So मतलब pathological ਜਦੋਂ ਕੋਈ ਇਸ ਤਰ੍ਹਾਂ ਦੀ ਚੀਜ਼ ਤੋਂ ਬਿਮਾਰੀ ਹੋਵੇ ਇੱਕ ਤਾਂ naturally ਹੋਵੇ ਆਪਣੀ ਬੋਡੀ ਦੇ ਅੰਦਰ ਜਿਵੇਂ ਕਿਸੇ ਨੂੰ ਕੈਂਸਰ ਹੁੰਦਾ ਹੈ ਤਾਂ ਉਹਦੇ ਵਿੱਚ ਇਨਸਾਨ ਦਾ ਕੋਈ ਰੋਲ ਨਹੀਂ ਹੁੰਦਾ ਉਹਦੀ ਕੋਈ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਇਹ ਨੈਚੁਰਲੀ ਹੈ ਕਿ ਜਿਹੜੇ ਇਨਸਾਨ ਦੇ ਕਿਸੇ ਇੱਕ ਪਾਰਟਿਕੂਲਰ ਕੈਂਸਰ ਸੈੱਲ ਨੇ ਉਹਨਾਂ ਦੀ ਗਰੋਥ ਹੋਣ ਲੱਗ ਜਾਂਦੀ ਹੈ ਜ਼ਿਆਦਾ
ਅਨਕੰਟਰੋਲਡ ਹੁੰਦੇ ਨੇ, ਸੋ ਉੱਥੇ ਇਨਸਾਨ ਨੂੰ ਕੈਂਸਰ ਹੁੰਦਾ ਹੈ। ਸੋ ਇਸ ਤਰ੍ਹਾਂ ਦੀ ਬਿਮਾਰੀਆਂ ਨੂੰ ਆਪਾਂ ਕਹਿੰਦੇ ਆ ਪੈਥੋਲੋਜੀਕਲ। ਨਿਓਪਲਾਸਟਿਕ ਡਿਸੀਜ਼, uncontrolled cell growth that are characteristic of cancer, then inflammatory disease, autoimmunity, then epidemiological classification, ਜਿੱਥੇ ਆਪਾਂ ਬਿਮਾਰੀ ਦੇ ਰੇਟ ਦੇ ਉੱਤੇ ਉਹਦੀ ਅਕਰੈਂਸ ਉਹ ਕਿੰਨੀ ਵੱਧ ਰਹੀ ਹੈ, ਉਹਦੀ ਪੋਪੂਲੇਸ਼ਨ ਉੱਤੇ ਕਿੰਨੀ ਜ਼ਿਆਦਾ ਫੈਲ ਰਹੀ ਹੈ। ਸੋ ਜਦੋਂ ਆਪਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਦੇਖੀਏ ਤਾਂ ਜਿਵੇਂ ਹੁਣ COVID-19 ਦੀ ਪ੍ਰੋਬਲਮ ਆਈ ਸੀ, ਕਰੋਨਾ ਹੋਇਆ ਸੀ, ਤਾਂ ਇੱਕ ਤਰ੍ਹਾਂ ਦੀ ਐਪੀਡੈਮੀਓਲੋਜੀਕਲ ਡਿਸੀਜ਼ ਸੀ, ਕਿਉਂਕਿ ਉਹਦਾ ਰੇਟ ਬਹੁਤ ਜ਼ਿਆਦਾ ਵੱਧ ਰਿਹਾ ਸੀ, ਇੱਕ ਦੂਜੇ ਤੋਂ ਫੈਲ ਬਹੁਤ ਰਹੀ ਸੀ, ਉਹਦਾ ਕੰਟਰੋਲ ਕਰਨਾ ਮੁਸ਼ਕਿਲ ਹੋ ਰਿਹਾ ਸੀ, ਬਹੁਤ ਕੁਇਕਲੀ ਡਿਸਟ੍ਰੀਬਿਊਟ ਹੋ ਰਹੀ ਸੀ ਪੋਪੂਲੇਸ਼ਨ ਵਿੱਚ, ਤਾਂ ਹੀ ਉਹਨੂੰ ਆਪਾਂ ਨੇ ਐਪੀਡੈਮਿਕ, ਪੈਂਡੈਮਿਕ ਏਦਾਂ ਦੀ ਟਰਮਸ ਦਿੱਤੀਆਂ। So epidemic disease such as plague, influenza pandemic of 1918-1919, so ਇਹ latest ਬਹੁਤ important ਹੈ, ਤੁਹਾਨੂੰ COVID-19 ਨੂੰ ਲੈ ਕੇ ਵੀ ਇਹ classification ਬਾਰੇ ਪੁੱਛਿਆ ਜਾ ਸਕਦਾ ਹੈ। ਨੈਕਸਟ ਹੁਣ ਜਿਹੜੀ ਕਲਾਸੀਫਿਕੇਸ਼ਨ ਆਪਾਂ ਨੇ ਕੀਤੀ ਹੈ, ਭਾਗ ਕੀਤਾ ਆਪਾਂ ਨੇ ਬਿਮਾਰੀ ਦਾ, ਇਹ ਕੀਤਾ ਆਪਾਂ ਨੇ ਟਾਈਮ ਦੇ ਆਧਾਰ ਤੇ। ਕਿਹੜੀਆਂ ਡਿਸੀਜ਼ਸ ਨੇ ਜਿਹੜੀਆਂ ਛੋਟੇ ਸਮੇਂ ਦੇ ਲਈ ਰਹਿੰਦੀਆਂ ਨੇ, ਕੁਝ ਡਿਸੀਜ਼ਸ ਨੇ ਉਹ ਲੰਬੇ ਸਮੇਂ ਦੇ ਲਈ ਇਨਸਾਨ ਦੇ ਨਾਲ ਰਹਿੰਦੀਆਂ ਨੇ, ਤੇ ਜਿਹੜੀਆਂ ਸਿਰਫ ਥੋੜੇ ਸਮੇਂ ਦੇ ਲਈ ਜਿਵੇਂ ਖੰਘ ਜ਼ੁਕਾਮ ਹੋ ਗਿਆ, ਇਹਨਾਂ ਨੂੰ ਆਪਾਂ ਨੇ ਨਾਮ ਦਿੱਤਾ ਹੈ acute disease, only very short period of time, ਜਿਹੜੀਆਂ ਇਨਸਾਨ ਦੇ ਲਾਈਫ ਟਾਈਮ ਜਦ ਤੱਕ ਉਹਦੀ ਜ਼ਿੰਦਗੀ ਰਹਿੰਦੀ ਆ ਉਦੋਂ ਤੱਕ ਨਾਲ ਚੱਲਦੀ ਹੈ ਬਿਮਾਰੀ, ਉਹਨੂੰ ਆਪਾਂ ਕਹਿੰਦੇ ਆ chronic disease। ਹੁਣ ਆਪਾਂ ਡਿਸੀਜ਼ਸ ਦੀ ਜਿਹੜੀ ਅਸਲੀ ਕਲਾਸੀਫਿਕੇਸ਼ਨ ਹੈ ਐਗਜ਼ਾਮ ਪੁਆਇੰਟ ਤੋਂ ਉਹਦੇ ਉੱਤੇ ਆਉਂਦੇ ਆ। ਸੋ ਡਿਸੀਜ਼ਸ ਦੋ ਤਰ੍ਹਾਂ ਦੀਆਂ ਨੇ, ਇੱਕ ਹੈ congenital, ਦੂਜੀ ਹੈ acquired disease। congenital ਕਿਹੜੀ ਹੁੰਦੀ ਹੈ, ਜਿਹੜੀ ਜਨਮ ਦੇ ਸਮੇਂ ਤੋਂ ਇਨਸਾਨ ਦੇ ਨਾਲ ਹੈ ਬਿਮਾਰੀ। acquired ਜਿਹੜੀ ਬਰਥ ਤੋਂ ਬਾਅਦ, ਜਨਮ ਤੋਂ ਬਾਅਦ ਇਨਸਾਨ ਦੀ ਬੋਡੀ ਦੇ ਅੰਦਰ ਆਈ ਹੈ, develop after birth। ਸੋ ਹੁਣ ਆਪਾਂ ਅੱਗੇ ਜਿਹੜੀ ਅਸਲੀ ਕਲਾਸੀਫਿਕੇਸ਼ਨ ਐਗਜ਼ਾਮ ਦੇ ਲਈ ਧਿਆਨ ਚ ਰੱਖਣੀ ਹੈ ਉਹ ਹੈ acquired diseases। acquired diseases ਜਿਹੜੀਆਂ ਜਨਮ ਤੋਂ ਬਾਅਦ ਆਈਆਂ ਨੇ ਉਹ ਦੋ ਤਰ੍ਹਾਂ ਦੀਆਂ ਨੇ, communicable, non communicable। communicable ਇਹਨੂੰ ਆਪਾਂ infectious ਵੀ ਕਹਿੰਦੇ ਆ, non communicable ਨੂੰ non infectious। ਸੋ ਇਹ ਵੀ ਤੁਸੀਂ ਇਹਨਾਂ ਦਾ ਇੱਕ ਹੋਰ ਨਾਮ ਯਾਦ ਰੱਖਣਾ ਹੈ। communicable ਮਤਲਬ ਜਿਹੜੀਆਂ ਇੱਕ infected person ਤੋਂ healthy person ਜਿਹਨੂੰ ਬਿਮਾਰੀ ਨਹੀਂ ਹੈ ਉਹਦੇ ਵਿੱਚ ਫੈਲ ਜਾਵੇ। non communicable ਜਿਹੜੀ ਇੱਕ ਇਨਸਾਨ ਤੋਂ ਦੂਜੇ ਇਨਸਾਨ ਵਿੱਚ ਨਹੀਂ ਫੈਲਦੀ। non communicable ਅੱਗੇ 5 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ, degenerative, deficiency, allergy, cancer, other disease। ਸੋ ਇਹਨਾਂ ਬਾਰੇ ਅੱਗੇ ਆਪਾਂ ਡੀਟੇਲ ਦੇ ਵਿੱਚ ਦੇਖਾਂਗੇ। ਉਰੇ ਤੁਸੀਂ ਸਿਰਫ ਐਗਜ਼ਾਮ ਦੇ ਲਈ ਇਹਨਾਂ ਦੀ ਜਨਰਲ ਡੈਫੀਨੇਸ਼ਨ ਮੀਨਿੰਗ ਦੇਖ ਲਓ। ਡੀਜਨਰੇਟਿਵ ਕਿਸੇ ਬਾਡੀ ਦੇ ਇੰਪੋਰਟੈਂਟ ਆਰਗਨ ਉੱਤੇ ਅਸਰ ਕਰਦੀਆਂ ਨੇ। ਡੈਫੀਸ਼ੀਐਂਸੀ ਜਿਵੇਂ ਕਿਸੇ ਆਪਾਂ ਨੇ ਮਾਲ ਨਿਊਟ੍ਰੀਸ਼ਨ ਟੌਪਿਕ ਦੇ ਅੰਦਰ ਵੀ ਦੇਖਿਆ ਸੀ, ਕਿਸੇ ਵਿਟਾਮਿਨ ਦੀ ਕਮੀ, ਮਿਨਰਲ ਦੀ, ਆਇਰਨ ਦੀ ਕਮੀ, ਜਿਹੜੀਆਂ ਉਹਨਾਂ ਦੀ ਕਮੀ ਕਰਕੇ, ਡੈਫੀਸ਼ੀਐਂਸੀ ਕਰਕੇ ਬਿਮਾਰੀਆਂ ਹੁੰਦੀਆਂ ਨੇ। ਦੈਨ ਐਲਰਜੀ, ਕਿਸੇ ਇਨਸਾਨ ਨੂੰ ਕਿਸੇ ਜਿਵੇਂ ਡਸਟ ਤੋਂ, ਕਿਸੇ ਮਿੱਟੀ ਤੋਂ ਜ਼ਿਆਦਾ ਬਾਡੀ ਹਾਈਪਰ ਸੈਂਸਿਟਿਵ ਹੈ, ਸੋ ਉੱਥੇ ਐਲਰਜੀ ਹੋ ਜਾਂਦੀ ਹੈ, ਸਕਿਨ ਦੀ ਪ੍ਰੋਬਲਮ ਹੋ ਜਾਂਦੀ ਹੈ। ਦੈਨ ਕੈਂਸਰ, ਕੈਂਸਰ ਕਿਹਦੇ ਨਾਲ ਹੁੰਦਾ, ਜਦੋਂ ਕੋਈ ਜਿਹੜੇ ਸੈੱਲ ਨੇ ਜਾਂ ਟਿਸ਼ੂ ਨੇ ਉਹ ਬਹੁਤ ਜ਼ਿਆਦਾ ਗਰੋ ਕਰ ਜਾਣ ਕਿ ਉਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋਵੇ, ਸੋ ਉਹਦੇ ਨਾਲ ਹੁੰਦਾ ਹੈ ਕੈਂਸਰ। ਕੈਂਸਰ ਵੀ ਇੱਕ ਨਾਨ ਕਮਿਊਨੀਕੇਬਲ ਡਿਸੀਜ਼ ਹੈ, ਇੱਕ ਇਨਸਾਨ ਤੋਂ ਦੂਜੇ ਵਿੱਚ ਨਹੀਂ ਫੈਲਦਾ। ਦੈਨ ਹੋਰ ਇਹਦੇ ਵਿੱਚ ਡਿਸੀਜ਼ਸ ਆਉਂਦੀਆਂ ਨੇ, ਕੋਈ ਫਿਜ਼ੀਕਲੀ caused due to various physical agent ਜਾਂ any other reason। Next is type of disease। ਹੁਣ ਜਿਹੜਾ ਆਪਾਂ ਨੇ ਚਾਰਟ ਦੇਖਿਆ ਉਹਦੀ ਹੀ ਆਪਾਂ explanation ਦੇਖਾਂਗੇ ਡਿਟੇਲ ਦੇ ਅੰਦਰ। ਪਹਿਲੀ ਚੀਜ਼ ਤਾਂ ਡਿਸੀਜ਼ਸ ਦੋ ਤਰ੍ਹਾਂ ਦੀਆਂ ਨੇ ਨੇਚਰ ਦੇ ਬੇਸ ਤੇ, ਜਿਹੜੇ ਆਪਾਂ ਨੇ acute ਤੇ chronic ਕੀਤੀ ਹੈ ਉਹ ਸੀ on the basis of time period, ਤੇ ਇਹ ਹੈ ਇਹਨਾਂ ਦੀ ਨੇਚਰ ਦੇ ਬੇਸ ਦੇ ਉੱਤੇ ਕਲਾਸੀਫਿਕੇਸ਼ਨ। ਸੋ ਇਨਫੈਕਸ਼ੀਅਸ, ਕਮਿਊਨੀਕੇਬਲ ਜਿਹੜੀਆਂ ਇੱਕ ਇਨਸਾਨ ਤੋਂ ਦੂਜੇ ਦੇ ਅੰਦਰ ਸਪਰੈਡ ਹੁੰਦੀਆਂ ਨੇ। ਡਿਸੀਜ਼ ਦੈਟ ਸਪਰੈਡ ਫਰੋਮ ਵਨ ਪਰਸਨ ਟੂ ਅਨਦਰ, ਇਹਨਾਂ ਦਾ ਕਾਰਨ ਹੋ ਸਕਦਾ ਹੈ ਕੋਈ ਮਾਈਕਰੋ ਆਰਗੇਨਿਜ਼ਮ, ਕੋਈ ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਨ। ਜਦੋਂ ਇੱਕ ਇਨਫੈਕਟਡ ਪਰਸਨ ਕੋਈ ਫਲੂਇਡ ਡਿਸਚਾਰਜ ਕਰਦਾ ਹੈ, ਕੋਈ ਪੈਥੋਜਨ, ਜਿਵੇਂ ਹੁਣ ਕਰੋਨਾ ਹੋਇਆ ਸੀ, ਕਿਸੇ ਨੂੰ ਇੱਕ ਦੂਜੇ ਛਿੱਕ ਦੇ ਥਰੂ, ਜਿਹਨੂੰ ਹੋਇਆ ਹੋਇਆ ਇਨਫੈਕਟਡ ਪਰਸਨ ਨੂੰ ਉਹਦੇ ਕੰਟੈਕਟ ਚ ਆ ਰਹੇ ਹੋ ਤਾਂ ਉਹ ਇੱਕ ਜਿਹੜਾ ਕਰੋਨਾ ਵਾਇਰਸ ਹੈ ਉਹ ਫੈਲਾ ਰਿਹਾ ਸੀ। ਸੋ ਇੱਕ ਇਨਫੈਕਟਡ ਕੋਵਿਡ ਵਾਲਾ ਜਿਹੜਾ ਪੇਸ਼ੈਂਟ ਸੀ ਉਹ ਜਦੋਂ ਹੈਲਦੀ ਪੇਸ਼ੈਂਟ ਦੇ ਕੰਟੈਕਟ ਚ ਆ ਰਿਹਾ ਸੀ ਤਾਂ ਉਹਨੂੰ ਪੋਜ਼ਿਟਿਵ ਆ ਰਿਹਾ ਸੀ ਕੋਵਿਡ। ਸੋ ਉਹ ਵੀ ਇੱਕ ਇਨਫੈਕਸ਼ੀਅਸ ਤੇ ਕਮਿਊਨੀਕੇਬਲ ਡਿਸੀਜ਼ ਹੈ, ਸੋ ਉਹਦੀ ਐਗਜ਼ਾਮਪਲ ਵੀ ਤੁਸੀਂ ਉਰੇ ਨਾਲ ਐਡ ਕਰਨੀ ਹੈ।
ਦੈਨ ਨੌਨ ਇਨਫੈਕਸ਼ੀਅਸ ਨੌਨ ਕਮਿਊਨੀਕੇਬਲ, ਜਿਹੜੇ ਕਿਸੇ ਵੀ ਪੈਥੋਜਨ ਨਾਲ ਨਹੀਂ ਹੁੰਦੇ, ਕਿਸੇ ਹੋਰ ਕਾਰਨ ਕਰਕੇ, ਜਿਵੇਂ ਇਨਸਾਨ ਦੀ 올ਡ ਏਜ ਕਰਕੇ, ਕੋਈ ਜੈਂਡਰ ਕਰਕੇ, ਕੋਈ ਖਾਣਾ ਪੀਣਾ ਨਹੀਂ ਸਹੀ, ਜਿਵੇਂ ਓਬੈਸਿਟੀ ਦੀ ਪ੍ਰੋਬਲਮ ਹੋ ਗਈ, ਮੋਟਾਪਾ ਹੋ ਗਿਆ, ਜਾਂ ਕੋਈ ਹਾਰਟ ਦੀ ਡਿਸੀਜ਼ ਹੈ, ਅਸਥਮਾ ਹੈ। ਸੋ ਇਦਾਂ ਦੀ ਬਿਮਾਰੀਆਂ ਨੌਨ ਇਨਫੈਕਸ਼ੀਅਸ ਨੇ, ਇੱਕ ਇਨਸਾਨ ਤੋਂ ਦੂਜੇ ਦੇ ਅੰਦਰ ਨਹੀਂ ਫੈਲਦੀਆਂ। ਸੋ ਹੁਣ ਆਪਾਂ ਇਹਨਾਂ ਦੇ ਇੱਕ ਡਿਫਰੈਂਸ ਦੇਖ ਲੈਂਦੇ ਹਾਂ, ਕਮਿਊਨੀਕੇਬਲ ਨੌਨ ਕਮਿਊਨੀਕੇਬਲ। caused by some biological agent, pathogen, virus, bacteria, protozoan, worm। non communicable ਕਿਸੇ specific factor ਕਰਕੇ ਹੁੰਦੀਆਂ ਨੇ, ਕੋਈ body ਦਾ organ ਖਰਾਬ ਹੋ ਗਿਆ, ਕਿਸੇ nutrient ਦੀ deficiency ਹੈ, ਕਮੀ ਹੈ। communicable ਇੱਕ ਇਨਸਾਨ ਤੋਂ ਦੂਜੇ ਦੇ ਥਰੂ ਫੈਲਦੇ ਆ, ਕਿਵੇਂ, ਇਹ ਵੀ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦਾ ਹੈ। ਸੋ ਇਹਦੇ sources ਨੇ communication ਦੇ ਫੈਲਣ ਦੇ, contact, water, air, food। ਤੇ ਤੁਹਾਨੂੰ ਜੇ COVID-19 ਦੇ ਨਾਲ ਰਿਲੇਟਡ ਕਰੀਏ ਤਾਂ ਉੱਥੇ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਇਹ ਸਾਰੇ ਹੀ ਬਹੁਤ ਇੰਪੋਰਟੈਂਟ ਫੈਕਟਰ ਨੇ, ਕਿਉਂਕਿ ਕਿਸੇ ਇਨਸਾਨ ਦੇ ਜਸਟ ਕੰਟੈਕਟ 'ਚ ਆਉਣ ਨਾਲ ਤੁਹਾਨੂੰ ਹੋ ਰਿਹਾ ਸੀ, ਜੇ ਉਹਨੇ ਮਾਸਕ ਨਹੀਂ ਸੀ ਪਾਇਆ ਹੋਇਆ। Then non-communicable do not spread from one person to another by contact। The concern of disease involves society as these are related to community health। ਉਰੇ ਸਭ ਤੋਂ ਵੱਡੀ ਦੁਬਾਰਾ ਐਗਜ਼ਾਮਪਲ ਆ ਜਾਂਦੀ ਹੈ COVID-19 ਦੀ। ਜਿਹੜੀਆਂ ਫੈਲਣ ਵਾਲੀਆਂ ਬਿਮਾਰੀਆਂ ਨੇ ਉਹਨਾਂ ਦਾ ਸੁਸਾਇਟੀ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਦੂਜੇ ਪਾਸੇ ਜਿਹੜੀਆਂ ਨਾਨ ਕਮਿਊਨੀਕੇਬਲ ਨੇ ਉਹ ਸਿਰਫ ਜਿਹੜੇ ਇਨਸਾਨ ਨੂੰ ਹੈਗੀ ਉਹਦੇ ਤੱਕ ਹੀ ਸੀਮਿਤ ਰਹਿੰਦੀ ਹੈ, restricted to the individual only। ਸੋ ਹੁਣ ਆਪਾਂ ਜਿਹੜੀ ਫਰਦਰ ਕੈਟੇਗਰਾਈਜੇਸ਼ਨ ਹੈ ਨਾਨ ਕਮਿਊਨੀਕੇਬਲ ਦੀ ਉਹ ਦੇਖ ਲੈਂਦੇ ਹਾਂ। ਡੀਜਨਰੇਟਿਵ ਡਿਸੀਜ਼, ਕਿਸੇ ਵਾਈਟਲ ਇੰਪੋਰਟੈਂਟ ਆਰਗਨ ਦੀ ਮਾਲ ਫੰਕਸ਼ਨਿੰਗ, ਕੋਈ ਬਾਡੀ ਦਾ ਆਰਗਨ ਰੁਕ ਗਿਆ, ਕੋਈ ਕਿਡਨੀਜ਼, ਕੋਈ ਲੰਗਸ in the body due to deterioration of cells over time। disease such as osteoporosis, ਕਿਸੇ ਨੂੰ arthritis ਵਗੈਰਾ ਹੋ ਜਾਂਦਾ ਹੈ, ਕੋਈ ਹੱਡੀਆਂ ਦੀ ਬਿਮਾਰੀ, bones weak ਹੋ ਜਾਂਦੀਆਂ ਨੇ। ਸੋ ਇਸ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਨੇ ਉਹਨੂੰ ਆਪਾਂ ਕਹਿੰਦੇ ਆ degenerative। then allergy, ਜਿਹੜੀ body ਹੈ ਕਿਸੇ foreign substance ਤੋਂ, ਕੋਈ dust ਹੈ, ਕੋਈ ਹੋਰ ਚੀਜ਼ ਹੈ, pollen ਹੈ, ਕੋਈ animal dander ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਜਦੋਂ ਹਾਈਪਰ ਸੈਂਸਿਟਿਵ ਹੋਵੇ ਕਿਸੇ ਦੀ body ਤਾਂ ਉਹਨੂੰ ਕੋਈ ਨਾ ਕੋਈ ਐਲਰਜਿਕ ਰਿਐਕਸ਼ਨ ਹੋ ਜਾਂਦਾ ਹੈ। ਤੇ ਜਿਹੜੀਆਂ ਚੀਜ਼ਾਂ ਤੋਂ ਐਲਰਜੀ ਹੁੰਦੀ ਹੈ, ਜਿਹਨੂੰ ਆਪਾਂ ਫੋਰਨ ਸਬਸਟੈਂਸ ਕਹਿੰਦੇ ਆ, ਉਹਨਾਂ ਦੇ ਲਈ ਜਿਹੜੀ ਟਰਮ ਯੂਜ਼ ਹੁੰਦੀ ਹੈ ਉਹ ਬਹੁਤ ਇੰਪੋਰਟੈਂਟ ਹੈ, ਐਲਰਜੈਂਸ। ਸੋ ਜਿਨ੍ਹਾਂ ਤੋਂ ਐਲਰਜੀ ਹੁੰਦੀ ਹੈ ਦੇ ਆਰ ਕਾਲਡ ਐਲਰਜਨ। ਨੈਕਸਟ ਇਜ਼ ਡੈਫੀਸ਼ੀਐਂਸੀ ਡਿਸੀਜ਼। ਸੋ ਜਦੋਂ ਕਿਸੇ ਚੀਜ਼ ਦੀ ਘਾਟ ਹੋਵੇ, ਕਮੀ ਹੋਵੇ, ਕਿਸੇ ਹਾਰਮੋਨ ਦੀ, ਮਿਨਰਲ ਦੀ, ਨਿਊਟ੍ਰੀਐਂਟ, ਵਿਟਾਮਿਨ ਦੀ। ਫॉर एग्जांपल ਜਿਵੇਂ ਗਵਾਇਟਰ ਹੁੰਦਾ ਆਇਓਡੀਨ ਦੀ ਕਮੀ ਦੇ ਨਾਲ, ਜਦੋਂ ਬਾਡੀ ਇਨਸੂਲਿਨ ਯੂਟਿਲਾਈਜ਼ ਨਹੀਂ ਕਰ ਪਾਉਂਦੀ, ਪ੍ਰੋਡਿਊਸ ਨਹੀਂ ਕਰ ਪਾਉਂਦੀ ਤਾਂ ਡਾਇਬੀਟੀਜ਼ ਹੁੰਦੀਆਂ ਨੇ। ਜਾਂ ਫਿਰ ਜਿਵੇਂ ਵਿਟਾਮਿਨ B1 ਦੀ ਡੈਫੀਸ਼ੀਐਂਸੀ ਦੇ ਨਾਲ ਬੇਰੀ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਨੇ ਮਾਲ ਨਿਊਟ੍ਰੀਸ਼ਨ ਟੌਪਿਕ ਨੂੰ ਤੁਸੀਂ ਉਰੇ ਰੈਫਰ ਕਰ ਸਕਦੇ ਹੋ, ਕਿਉਂਕਿ ਉਹਦੇ ਅੰਦਰ ਆਪਾਂ ਨੇ ਪੂਰੀ ਡੀਟੇਲ 'ਚ ਦੇਖਿਆ ਸੀ। ਨੈਕਸਟ ਹੈ ਬਲੱਡ ਡਿਸੀਜ਼। ਬਲੱਡ ਦੇ ਅੰਦਰ ਕੀ ਹੁੰਦਾ, WBC ਹੁੰਦੇ ਨੇ, RBC, ਪਲੇਟਲੈਟ, ਪਲਾਜ਼ਮਾ। ਸੋ ਮੇਨ ਤੁਸੀਂ ਚਾਰ ਚੀਜ਼ਾਂ ਧਿਆਨ 'ਚ ਰੱਖਣੀਆਂ ਨੇ ਜਿਹੜੀਆਂ ਬਲੱਡ ਵਿੱਚ ਨੇ। ਜੇ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਕਾਊਂਟ ਘੱਟ ਵੱਧ ਹੋ ਜਾਵੇ, ਜਿੰਨਾ ਚਾਹੀਦਾ ਉਹਦੇ ਨਾਲੋਂ ਉੱਪਰ ਨੀਚੇ, ਤਾਂ ਇਨਸਾਨ ਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ। RBCs are distorted into shape of sickle and it loses its ability to carry oxygen। then ਜਿਵੇਂ ਸਿਕਲ ਸੈਲ ਡਿਸੀਜ਼ ਹੈ ਉਹ ਕਿਵੇਂ ਹੁੰਦੀ ਹੈ, ਜਦੋਂ RBCs ਡਿਸਟਰੋਏ ਕੀਤੇ ਜਾਂਦੇ ਨੇ ਕਿਸੇ ਵੀ ਪਰਸਨ ਦੇ। ਉਸ ਤੋਂ ਬਾਅਦ ਜਿਹੜੀ ਡਿਸੀਜ਼ ਹੈ ਇਹਦੇ ਹੋਰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ, ਜਿਵੇਂ ਅਨੀਮੀਆ ਹੋ ਗਿਆ, ਕਿਸੇ ਦੇ ਅੰਦਰ ਖੂਨ ਦੀ ਜ਼ਿਆਦਾ ਕਮੀ ਹੋ ਗਈ। ਦੈਨ ਉਹਦੇ ਨਾਲ ਕੀ ਹੁੰਦਾ, ਅਲਟੀਮੇਟਲੀ ਸਾਹ ਘੱਟ ਆਉਂਦਾ ਹੈ, ਟਾਇਰਡਨੈਸ, ਬਹੁਤ ਥਕਾਵਟ, ਜਿਨ੍ਹਾਂ ਦੇ ਅੰਦਰ ਖੂਨ ਘੱਟ ਹੁੰਦਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਥਕਾਵਟ ਫੀਲ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਇੱਕ ਚੀਜ਼ ਹੈ ਜਿਹੜੀ, ਇੱਕ ਕੋਈ ਕਾਊਂਟ ਹੈ ਇਹਨਾਂ ਚੋਂ ਕਿਸੇ ਚੀਜ਼ ਦਾ, ਜੇ ਉਹ ਉੱਪਰ ਨੀਚੇ ਹੋ ਗਿਆ ਉਹਦਾ ਅਲਟੀਮੇਟਲੀ ਪੂਰੀ ਬਾਡੀ ਉੱਤੇ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈ। ਪਰ ਇਹ ਜਿਹੜੀ ਡਿਸੀਜ਼ ਹੈ ਇਹ ਇੱਕ ਇਨਸਾਨ ਤੋਂ ਦੂਜੇ ਦੇ ਅੰਦਰ ਨਹੀਂ ਫੈਲਦੀ। ਦੈਨ ਡਿਸੀਜ਼ਜ਼ ਹੁਣ ਆਪਾਂ ਕੁਝ ਦੇਖਾਂਗੇ ਕਿ ਉਹ ਕਿਹੜੇ-ਕਿਹੜੇ ਏਜੰਟਸ ਤੋਂ ਹੁੰਦੀਆਂ ਨੇ, ਉਹਨਾਂ ਦੇ ਕੌਜ਼ੇਟਿਵ ਕਾਰਨ ਕੀ ਨੇ, ਕਿੱਥੋਂ ਫੈਲਦੇ ਆ, ਕਿਹੜੇ ਵਾਇਰਸ ਤੋਂ, ਕਿਹੜੇ ਪ੍ਰੋਟੋਜ਼ੋਆ ਤੋਂ। ਐਗਜ਼ਾਮ ਦੇ ਲਈ ਇਹ ਚਾਰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ। ਪਲੇਗ ਹੁੰਦਾ ਪੈਸਟਰੀਲਾ ਪੈਸਟਿਸ ਤੋਂ, ਕਾਲਰਾ ਹੁੰਦਾ ਵਿਬਰਿਓ ਕਾਲਰਾ ਤੋਂ, ਜਿਹਨੂੰ ਆਪਾਂ ਵਿਬਰਿਓ ਕੋਮਾ ਵੀ ਕਹਿੰਦੇ ਆ, ਟੈਟਨਸ, ਕਲੋਸਟ੍ਰੀਡੀਅਮ ਟੈਟਨਾਈ, ਐਂਥ੍ਰੈਕਸ, ਬੈਸਿਲਸ ਐਂਥ੍ਰਾਈਸ, ਵੈਰੀ ਇੰਪੋਰਟੈਂਟ। ਵੂਪਿੰਗ ਕਫ, ਬੋਰਡਿਲਾ ਪਰਟੂਸਿਸ, ਜਿਹੜੇ ਸਾਇੰਟਿਫਿਕ ਨਾਮ ਨੇ ਇਹ ਤੁਸੀਂ ਐਜ਼ ਇਟ ਇਜ਼ ਯਾਦ ਕਰਨੇ ਆ। ਦੈਨ ਹਿਊਮਨ ਪੈਪਿਲੋਮਾਵਾਇਰਸ ਇਨਫੈਕਸ਼ਨ,
ਹਿਊਮਨ ਪੈਪਿਲੋਮਾ ਵਾਇਰਸ ਤੋਂ ਹੀ ਹੁੰਦੀ ਹੈ। ਏਡਸ ਦੀ ਸਭ ਤੋਂ ਪਹਿਲਾਂ ਤਾਂ ਫੁੱਲ ਫਾਰਮ ਸਭ ਤੋਂ ਜ਼ਿਆਦਾ ਇੰਪॉर्टेंट क्वेश्चन है इस पूरे दे पूरे टॉपिक दा, क्योंकि बार बार एग्जाम पूछे जाने वाले क्वेश्चन ने। सो एड्स दी फुल फॉर्म है एक्वायर्ड इम्यूनोडेफिशिएंसी सिंड्रोम। देन HIV तो हुंदा है एड्स, ह्यूमन इम्यूनोडेफिशिएंसी वायरस, हैपेटाइटिस इहदे अलग-अलग कैटेगरीज ने, चिकन पॉक्स, वेरिसेला जोस्टर वायरस तो हुंदा है VZV, मेनिनजेफेलाइटिस सो ये कित्थों हुंदा है नेगलेरिया फॉलरी अमीबा तो। सो ये भी तुसी याद रखना है अमीबा ते दा साइंटिफिक नेम। सो नाउ विल टॉक अबाउट फ्यू कॉमन एलिमेंट्स और डिसीजेस ਜਿਹੜੀਆਂ ਕਾਮਨਲੀ ਆਮ ਤੌਰ ਤੇ ਆਪਾਂ ਸੁਣਦੇ ਆ ਦੇਖਦੇ ਆ ਉਹ ਕਿੱਥੋਂ ਹੁੰਦੀਆਂ ਨੇ ਕਿੰਨੇ ਦਿਨਾਂ ਤੱਕ ਰਹਿੰਦੀਆਂ ਨੇ। ਸੋ ਕੁਝ ਇੰਪੋਰਟੈਂਟ ਆਪਣੇ ਲਈ ਪੁਆਇੰਟ ਜ਼ਰੂਰੀ ਨੇ ਤੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਦੇਖਾਂਗੇ ਵੀ ਵਾਇਰਸ ਤੋਂ ਕਿਹੜੀਆਂ ਹੁੰਦੀਆਂ ਨੇ ਬੈਕਟੀਰੀਆ ਤੋਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡਿਸੀਜ਼ਸ ਕਾਜ਼ਡ ਬਾਈ ਵਾਇਰਸਿਸ। ਸਭ ਤੋਂ ਪਹਿਲੀ चिकन पॉक्स वायरस किवें हुंदी है बाय कॉन्टैक्ट या थ्रू स्कैब्स। इनक्यूबेशन किन्ने दिनां तक इनक्यूबेट हुंदी है 12 तो लैके 20 दिन। सिम्पटम्स की ने किवें पता लगदा बॉडी नूं कि चिकन पॉक्स हो रही है, फीवर हुंदा है, हेडेक हुंदा है, भुख घट लगदी है, डार्क रेड कलर दे रैशेस आउंदे ने बैक दे उत्ते चेस्ट उत्ते, हौली हौली वो पूरी बॉडी उत्ते फैल जांदे ने। देन मीजल पैथोजन सो ये हुंदा है वायरस जिहड़ा रूबियोला मोड ऑफ ट्रांसमिशन की है बाय एयर हवा तो हुंदा है। देन पोलियोमाइलिटिस पैथोजन पोलियो वायरस। देन मोड ऑफ ट्रांसमिशन वायरस एंटर इनसाइड द बॉडी थ्रू फूड और वाटर। वेरी वेरी इंपॉर्टेंट थोनों एग्जाम दे लई याद होना चाहिए भी पोलियो वायरस किवें इंसान दी बॉडी दे अंदर एंटर हुंदा है। देन रेबिस हाइड्रोफोबिया जिन्हों कहने देन एक पैथोजन डिसीज है रेबिस वायरस तो हुंदी है। ट्रांसमिशन की है जदों जेड़े ऑलरेडी डॉग नू रेबिस होया है वो कट लवे बाइट बाय अ रेबिड डॉग। हैपेटाइटिस पैथोजन हैपेटाइटिस बी वायरस। देन आम तौर ते जेड़ा कंटैमिनेटेड पानी है उथों हुंदा है। इन्फ्लुएंजा जिन्हों आपां कॉमनली आम तौर ते फ्लू कहने आ ये भी वायरस दे नाल हुंदी है, अपने रेस्पिरेटरी ट्रैक्ट नू पूरा इन्फेक्ट करदी है। Then डेंगू एक्यूट फीवर caused by virus। सो ये थोड़े टाइम पहला इस टाइम भी हजे भी ये काफी केसेस आई जा रहे ने। सो डेंगू एक वायरस तो हुंदा है, दो तरह के बुखार हुंदे ने डेंगू फीवर डेंगू हैमरेजिक फीवर जेड़ा सवेयर हुंदा है काफी लोकां दी डेथ भी हो जाती है। हुण जेड़े बैक्टीरिया तो डिसीज हुंदियां ने सो बैक्टीरिया तो होने वाली सब तो पहली है टीबी माइकोबैक्टीरियम ट्यूबरक्लोसिस। वेरी वेरी इंपॉर्टेंट ये भी एयरबॉर्न डिसीज है या फिर स्पूटम थुक दे नाल खंघ नाल छिक नाल उत्थों फैलदी है जदों इन्फेक्टेड पर्सन दे कॉन्टैक्ट विच कोई भी इस तरह की चीज आवे। देन टाइफाइड पैथोजन सैल्मोनीला टाइफाई ये भी एग्जाम दे विच बार बार पूछा जाता है कि टाइफाइड दा जिहड़ा पैथोजन है बैक्टीरिया है उहदा नाम की है। देन कॉलरा it often breaks out among crowded areas with poor sanitary condition जिथे ज़्यादा साफ सफाई ना होवे आम तौर ते स्लम्स झुग्गियां उत्थे देखने नूं मिलदी है इहदे ज़्यादा केस। Then diphtheria this disease generally occur in children of 1 to 5 year of age। Then leprosy pathogen Mycobacterium leprae ਇਹਦਾ mode of transmission ਕੀ ਹੈ ਜਦੋਂ ਲੰਬੇ ਸਮੇਂ ਦੇ ਲਈ infected person ਦੇ contact ਵਿੱਚ ਰਹੋ। देन प्रोटोजोन्स तो होने वाली डिसीज सब तो पहली मलेरिया मलेरियल पैरासाइट डिफरेंट स्पीसीज ऑफ प्लाज्मोडियम जदों फीमेल एनोफिलिस मॉस्किटो किसी नूं कट लवे इन्फेक्टेड पर्सन तो बाद तो उत्थे की हुंदा है मलेरिया। सो ये फीमेल एनोफिलिस मॉस्किटो दा नेम भी बहुत इंपॉर्टेंट है एग्जाम लई। नेक्स्ट एमीबाइसिस एमीबिक डिसेंट्री पैथोजन एंटेमीबा हिस्टोलिका मोड ऑफ ट्रांसमिशन की है किवें फैलदा है कोई इन्फेक्टेड कंटैमिनेटेड खाना है या फिर पानी है। नेक्स्ट ऑन द डिसीज कॉज्ड बाय वर्म हेलमिंथ फ्लेरियसिस पैथोजन। सो नेक्स्ट ऑन लास्ट दे उत्ते आपां नूं पता जिहड़ा सुपरवाइजर दा एग्जाम है स्पैसिफिकली टारगेट कर रहा है बच्चों नूं क्योंकि आंगनवाड़ी नाल रिलेटेड है। सो हुण अपने लिए कॉमन एलिमेंट्स इन चिल्ड्रन ये टॉपिक थोड़ा जिहा डिस्कस करना बहुत जरूरी बनता है। सो सब तो पहला आपां देखदे हां ब्रोंकाइटिस ਜਿਹੜੀ ਇਹ ਪ੍ਰੋਬਲਮ ਹੈ ਇੱਕ ਤਾਂ ਇਹ ਮੇਨਲੀ
ਰੈਸਪੀਰੇਸ਼ਨ ਨਾਲ, ਸਾਹ ਨਾਲ ਰਿਲੇਟਡ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਸਮਾਲ 에ਅਰਵੇਜ਼ ਨੇ ਉਹਨਾਂ ਦੀ ਇਨਫਲੇਮੇਸ਼ਨ ਹੁੰਦੀ ਹੈ ਤੇ ਇਹਦਾ ਅਸਰ ਹੁੰਦਾ ਮੇਨਲੀ 1 ਸਾਲ ਤੋਂ ਛੋਟੇ ਬੱਚਿਆਂ ਦੇ। ਕਾਫੀ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਵਾਇਰਸ ਨੇ ਜਿਨ੍ਹਾਂ ਤੋਂ ਇਹ ਹੁੰਦਾ ਹੈ, ਪਰ ਜਿਹੜਾ ਮੇਨ ਕਾਮਨ ਵਾਇਰਸ ਹੈ ਉਹ ਹੈ RSV। ਵੈਰੀ ਇੰਪੋਰਟੈਂਟ ਫॉर एग्जाम, ਇਹਦੀ ਫੁੱਲ ਫਾਰਮ ਬਹੁਤ ਜ਼ਰੂਰੀ ਹੈ, ਰੈਸਪੀਰੇਟਰੀ ਸਿੰਕਾਈਸ਼ੀਅਲ ਵਾਇਰਸ। ਦੈਨ ਈਅਰ ਇਨਫੈਕਸ਼ਨ, ਬੱਚਿਆਂ ਦੇ ਅੰਦਰ ਕੰਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਇਨਫੈਕਸ਼ਨਸ ਹੁੰਦੀਆਂ ਨੇ। very common in children, dysfunction of eustachian tube, the tube that connect the inner ear to the throat and serve as a drain for any fluid that may collect there। so ਜਿਹੜੀ ਆਪਣੇ ਕੰਨਾਂ ਤੋਂ ਲੈ ਕੇ throat ਤੱਕ ਇੱਕ ਟਿਊਬ ਜਾਂਦੀ ਹੈ, ਉਹਦੇ ਵਿੱਚ ਕਾਫੀ ਜ਼ਿਆਦਾ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ, ਫਲੂਇਡ ਜੰਮ ਜਾਂਦੇ ਨੇ। ਸੋ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਮ ਤੌਰ ਤੇ ਬੱਚਿਆਂ ਦੇ ਅੰਦਰ ਦੇਖਣ ਨੂੰ ਮਿਲਦੀਆਂ। ਨੈਕਸਟ ਹੈ ਕ੍ਰੂਪ। ਯੰਗ ਚਿਲਡਰਨ ਦੇ ਅੰਦਰ ਇਹ ਬਹੁਤ ਜ਼ਿਆਦਾ ਕਾਮਨ ਬਿਮਾਰੀ ਹੈ। A number of different virus cause croup, inflammation of upper airway। ਸੋ ਜਿਹੜਾ upper ਉੱਪਰਲਾ airway ਹੈ, ਜਿੱਥੋਂ ਆਪਣੇ voice box ਜਿਹਨੂੰ ਕਹਿੰਦੇ ਆ ਆਪਾਂ, larynx ਹੈ ਜਿਹਦੇ ਅੰਦਰ wind pipe ਹੈ, trachea, ਸੋ ਇਹਨਾਂ ਨੂੰ ਇਹ mainly affect ਕਰਦਾ ਹੈ। ਇਹਦੇ ਨਾਲ ਕੀ ਹੈ, ਬੱਚਿਆਂ ਨੂੰ ਕਾਫੀ ਤੌਰ ਤੇ ਆਪਾਂ ਨੇ ਦੇਖਿਆ ਹੈ ਥੋੜੀ ਜੀ ਖੰਘ ਛਿੜਦੀ ਰਹਿੰਦੀ ਹੈ, ਸਟਰਾਈਡਰ, a wheeze on inspiration। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ, ਇਹ symptoms ਦੇਖਣ ਨੂੰ ਮਿਲਦੇ ਨੇ ਤੇ ਇਸ ਬਿਮਾਰੀ ਦਾ ਨਾਮ ਹੈ croup। Next है hand foot mouth disease। Coxsackie virus causes hand foot mouth disease। ਇਹ ਵਾਇਰਸ ਦਾ ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਜ਼ਿਆਦਾਤਰ ਗਰਮੀਆਂ ਦੇ ਸਮੇਂ ਵਿੱਚ ਹੁੰਦੀ ਹੈ, extremely common during summer, early fall and resolve on its own after about 10 days। 10 ਦਿਨਾਂ ਤੋਂ ਬਾਅਦ ਇਹ ਆਪਣੇ ਆਪ ਠੀਕ ਹੋਣ ਲੱਗ ਜਾਂਦੀ ਹੈ। ਜਿਹੜਾ ਵਾਇਰਸ ਹੈ ਉਹ ਬੱਚਿਆਂ ਨੂੰ ਅੰਦਰ ਬੁਖਾਰ ਕਰਦਾ ਹੈ, ਉਹਨਾਂ ਦਾ ਗਲਾ ਸੁੱਜ ਜਾਂਦਾ ਹੈ, ਦੈਨ ਬਲਿਸਟਰਸ ਹੋ ਜਾਂਦੇ ਨੇ, ਛਾਲੇ ਹੋ ਜਾਂਦੇ ਨੇ ਮੂੰਹ ਦੇ ਅੰਦਰ, ਹੱਥਾਂ ਉੱਤੇ, ਆਲਸੋ ਉਹਨਾਂ ਦੇ ਪੈਰ ਵੀ ਕਈ ਵਾਰੀ ਸੁੱਜ ਜਾਂਦੇ ਆ। Next is one of the most commonly caused disease in children, that is pink eye। ਤੇ ਇਹਦਾ ਜਿਹੜਾ another name ਹੈ ਉਹ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਆਇਆ ਹੈ, ਕੰਜੈਕਟਿਵਾਈਟਿਸ। ਆਮ ਤੌਰ ਤੇ ਡੇ ਕੇਅਰ ਹੋ ਗਿਆ, ਆਂਗਨਵਾੜੀ, ਕ੍ਰੈਸ਼ ਹੋ ਗਏ, ਸਕੂਲ, ਉੱਥੋਂ ਇਹ ਬੱਚਿਆਂ ਨੂੰ ਫੈਲਦੀ ਹੈ। ਇਹਦੇ ਅੰਦਰ ਕੀ ਹੁੰਦਾ ਹੈ, ਬੈਕਟੀਰੀਅਲ ਇਨਫੈਕਸ਼ਨ ਹੈ, ਕਾਫੀ ਜ਼ਿਆਦਾ ਇਚਿੰਗ ਵੀ ਹੁੰਦੀ ਹੈ ਅੱਖਾਂ ਵਿੱਚ, ਰੈਡਿਸ਼ਨੈਸ, ਪਿੰਕਿਸ਼ ਆਈ ਹੋ ਜਾਂਦੀਆਂ ਨੇ। ਸੋ ਇਟ ਇਜ਼ ਪਿੰਕ ਆਈ। ਨੈਕਸਟ ਹੈ ਮੀਜ਼ਲ। ਇਹ ਰੂਬੇਲਾ ਵਾਇਰਸ ਤੋਂ ਹੁੰਦੀ ਹੈ, ਪਰ ਇਹਦੀ ਰੀਸੈਂਟਲੀ ਆਪਾਂ ਨੇ ਨਿਊਜ਼ ਵਿੱਚ ਵੀ ਦੇਖਿਆ ਸੀ, ਇੱਕ ਵੈਕਸੀਨ ਕ੍ਰੀਏਟ ਕੀਤੀ ਪਰ ਪੇਰੈਂਟਸ ਨੇ ਰਿਫਿਊਜ਼ ਕੀਤਾ ਕਿ ਅਸੀਂ ਆਪਣੇ ਬੱਚਿਆਂ ਦੇ ਵੈਕਸੀਨ ਨਹੀਂ ਲਗਵਾਉਣੀ। ਸੋ ਲੋਕਾਂ ਦੇ ਅੰਦਰ ਕਾਫੀ ਜ਼ਿਆਦਾ ਅਵੇਅਰਨੈਸ ਨਹੀਂ ਹੈ, ਕਾਫੀ ਜਿਹੜੇ ਪੂਅਰ ਕੈਟੇਗਰੀ ਦੇ ਲੋਕ ਨੇ ਉਹ ਗਲਤ ਅਜ਼ੰਪਸ਼ਨਸ ਲਗਾ ਲੈਂਦੇ ਨੇ। ਸੋ ਇਹੀ ਕਾਰਨ ਹੈ ਕਿ ਇਹਦੇ ਜਿਹੜੇ ਕੇਸ ਨੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ। Measles is an acute viral illness that can lead to serious complication, even death, generally begin with non-specific symptom। so starting ਵਿੱਚ high fever ਹੁੰਦਾ ਹੈ, runny nose ਹੁੰਦਾ ਹੈ, cough ਹੁੰਦੀ ਹੈ, ਪਰ ਬਾਅਦ ਵਿੱਚੋਂ ਹੌਲੀ ਹੌਲੀ ਜਿਹੜੇ ਦੇ symptoms ਨੇ, rashes ਨੇ, ਉਹ ਪੂਰੀ ਦੀ ਪੂਰੀ body ਉੱਤੇ ਫੈਲਣ ਲੱਗ ਜਾਂਦੇ ਨੇ, face ਤੋਂ ਲੈ ਕੇ feet ਤੱਕ। Symptoms generally start 1 to 2 weeks after exposure and symptoms last for less than a week। Then mumps, ਇਹ ਵੀ ਵਾਇਰਸ ਇਲਨੈਸ ਹੈ, ਟਿਪੀਕਲੀ ਸਟਾਰਟ ਹੁੰਦੀ ਹੈ ਫਲੂ ਲਾਈਕ ਸਿੰਪਟਮਸ ਦੇ ਨਾਲ, ਹੌਲੀ ਹੌਲੀ ਇਹ ਬਹੁਤ ਹੀ ਜ਼ਿਆਦਾ ਪੇਨਫੁਲ ਸਵੈਲਿੰਗ ਕਰ ਦਿੰਦੀ ਹੈ ਸਲਾਈਵਰੀ ਗਲੈਂਡਸ ਦੀ। Prior to routine vaccination, this was a very common illness। Symptoms generally appear more than 2 weeks after exposure। Illness lasts 7 to 10 days। ਸੋ ਰੂਬੇਲਾ ਵਾਇਰਸ ਹੋ ਗਿਆ, ਮੀਜ਼ਲਸ, ਮਮਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਸ ਟਾਈਮ ਇੰਡੀਆ ਦੇ ਅੰਦਰ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਪ੍ਰੋਪਰ ਪਹਿਲਾਂ ਅਵੇਅਰਨੈਸ ਕ੍ਰੀਏਟ ਕਰਨ ਦੀ, ਦੈਨ ਇਹਦੀ ਪ੍ਰੋਪਰ ਵੈਕਸੀਨੇਸ਼ਨ ਦੀ। ਰੂਬੇਲਾ, ਜਰਮਨ ਮੀਜ਼ਲ, ਵੈਰੀ ਵੈਰੀ ਇੰਪੋਰਟੈਂਟ, ਕਾਫੀ ਵਾਰ ਐਗਜ਼ਾਮ ਚ ਆਇਆ ਹੈ ਕਿ ਜਰਮਨ ਮੀਜ਼ਲਸ ਕਿਹਨੂੰ ਕਿਹਾ ਜਾਂਦਾ ਹੈ। Rubella, also known as German measles, causes mild illness in most individuals। This is not the case for unvaccinated pregnant women। Virus can cause serious and fatal birth defect in the fetus। So ਜਿਹੜੀਆਂ pregnant women ਨੇ ਉਹਨਾਂ ਦੇ ਲਈ ਇਹ ਬਹੁਤ ਹੀ ਜ਼ਿਆਦਾ dangerous ਹੋ ਸਕਦਾ ਹੈ। Vaccination is routine and has resulted in huge decrease in the spread। Virus begins as a fever and rash and in most cases resolve after 2 to 3 days। So ਜਿਹੜੀ ਰੂਬੇਲਾ ਦੀ ਵੈਕਸੀਨ ਹੈ ਉਹ ਕਾਫੀ ਇਫੈਕਟਿਵਲੀ ਲੱਗ ਰਹੀ ਹੈ ਇਸ ਟਾਈਮ, ਤੇ ਇਹੀ ਕਾਰਨ ਹੈ ਕਿ ਇਹਦੇ ਕੇਸਿਸ ਕਾਫੀ ਘੱਟ ਨੇ ਤੇ ਕੰਟਰੋਲ ਵਿੱਚ ਵੀ ਹੈ। So this was all about our lecture on common ailment। I hope you liked the video। Keep supporting Victor's Knowledge। Thank you and good luck।